ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੀਆਂ ਦਾ ਬੜਾ ਚਲਨ ਰਿਹਾ ਹੈ ਤੇ ਹੁਣ ਵੀ ਹੈ। ਬਹੁਤੇ ਕਰਕੇ ਜੋਗੀ ਸਰੀਰ ਨੂੰ ਕਸ਼ਟ ਦੇਣ ਵਾਲੇ ਇੱਕ ਤਰ੍ਹਾਂ ਦਾ ਇਹ ਅਪਰੋਚ ਹੈ। ਰੱਬ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਜਿਹੜੀ ਮੁੱਢਲੀ ਸੋਚ ਹੈ, ਤੇ ਜੋਗੀਆਂ ਦੇ ਕਰੀਬ 12 ਵੱਖ-ਵੱਖ ਫਿਰਕੇ ਨੇ, ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਅੱਗੋਂ ਵਿਧਾਨ ਨੇ। ਤੇ ਇਹਨਾਂ ਵੱਖ-ਵੱਖ ਫਿਰਕਿਆਂ ਨੂੰ ਜਾਂ ਤਰ੍ਹਾਂ ਦੇ ਬੰਦਿਆਂ ਜੋਗੀਆਂ ਨੂੰ ਪੰਥ ਕਿਹਾ ਜਾਂਦਾ ਹੈ। ਇਹ ਇਸ ਪੰਥ ਦਾ ਹੈ, ਇਸ ਪੰਥ ਦਾ ਹੈ। ਇਸ ਤਰ੍ਹਾਂ 12 ਤਰ੍ਹਾਂ ਦੇ ਪੰਥ ਨੇ। ਤੇ ਇਹਨਾਂ ਸਾਰੇ ਪੰਥਾਂ ਵਿੱਚੋਂ ਆਈ ਪੰਥ ਸਭ ਤੋਂ ਸ਼੍ਰੇਸ਼ਠ, ਸਭ ਤੋਂ ਉੱਤਮ, ਸਭ ਤੋਂ ਵਧੀਆ ਮੰਨਿਆ ਜਾਂਦਾ। ਇਸ ਕਰਕੇ ਹਰ ਜੋਗੀ ਆਪਣੇ ਆਪ ਨੂੰ ਆਈ ਪੰਥ ਕਹਿੰਦਾ ਕਿ ਮੈਂ ਆਈ ਪੰਥੀ ਹਾਂ, ਮੈਂ ਵੀ ਆਈ ਪੰਥੀ ਹਾਂ। ਤਾਂ ਉਹ ਆਈ ਪੰਥੀ ਹੋਣ ਦੇ ਵਾਸਤੇ ਕੁਝ ਜਿਹੜੀਆਂ ਉਹਨਾਂ ਦਾ ਵੇਸ ਭੂਸ਼ਾ ਹੈ, ਪਹਿਰਾਵਾ ਹੈ, ਉਹ ਪ੍ਰਚਲਿਤ ਹੋਇਆ। ਅੱਛਾ, ਇਹਦੇ ਵਿੱਚ ਵੀ ਨਾ ਜਿਹੜਾ ਇੱਕ ਜੋ ਅਸੀਂ ਬਾਹਰੀ ਤੌਰ ਤੇ ਕੰਮ ਕਰਦੇ ਹਾਂ, ਇਹਦਾ ਵੀ ਇੱਕ ਬੜਾ ਅਧਿਆਤਮਕ ਪਿਛੋਕੜ ਹੋਣ ਦੀ ਸੰਭਾਵਨਾ ਹੁੰਦੀ ਹੈ। ਉਹ ਇਹ ਹੈ ਕਿ ਇੱਕ ਕੋਈ ਬੰਦਾ ਭਗਤ ਹੋ ਗਿਆ, ਜੁੜ ਗਿਆ, ਸਾਧ ਹੋ ਗਿਆ ਮਨ ਕਰਕੇ, ਉਹ ਹੁਣ ਜੁੜ ਕੇ ਉਹ ਕੁਝ ਕਰਦਾ ਹੈ ਜੋ ਲੋਕਾਂ ਨੂੰ ਦਿਸਦਾ ਹੈ। ਹੁਣ ਉਹ ਕਰਨ ਵਿੱਚ ਉਸ ਨੂੰ ਆਪਣਾ ਕੋਈ ਧਿਆਨ ਨਹੀਂ। ਉਹਦੇ ਅਸੀਂ ਕਈ ਵਾਰ ਦੇਖਦੇ ਹਾਂ, ਭਾਈ ਰਣਧੀਰ ਸਿੰਘ ਜੀ ਦੀ ਜੀਵਨੀ ਵਿੱਚ ਆਇਆ ਕਿ ਮੈਂ ਕਿਸੇ ਪਿੰਡ ਗਿਆ ਤੇ ਉੱਥੇ ਮੈਨੂੰ, ਜਿਹਨੂੰ ਸਾਰੇ ਪਿੰਡ ਦੇ ਲੋਕ ਕਮਲਾ ਕਹਿੰਦੇ ਸੀਗੇ, ਉਹਨੇ ਪਾਟਾ ਕੰਬਲ ਕੋਈ ਆਪਣੇ ਸਰੀਰ ਤੇ ਰੱਖਿਆ ਹੋਇਆ। ਹੁਣ ਉਹ ਬੰਦਾ ਉਹਨਾਂ ਕੋਲ ਜਾ ਕੇ ਕਹਿੰਦੇ ਮੈਂ ਗੱਲਬਾਤ ਕੀਤੀ ਤੇ ਮੈਨੂੰ ਪ੍ਰਤੀਤ ਹੋਇਆ ਵੀ ਇਹ ਤੇ ਬੜੀ ਜੁੜਿਆ ਹੋਇਆ ਬੰਦਾ ਹੈ, ਇਹ ਬੜੀ ਜੁੜੀ ਹੋਈ ਰੂਹ ਹੈ, ਇਹ ਪਹੁੰਚਿਆ ਹੋਇਆ ਹੈ ਬੜਾ ਅਧਿਆਤਮਕ ਤੌਰ ਤੇ, ਇਹ ਬੜਾ ਇੱਕ ਸਥਾਨ ਤੇ ਹੈ, ਇਸ ਦੀ ਗੱਤ ਹੈ। ਹੁਣ ਇਸ ਤਰ੍ਹਾਂ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਤਾਂ ਉਹ ਜਿਹੜਾ ਜੁੜ ਕੇ, ਉਹ ਭਾਵੇਂ ਅੰਤਰ ਧਿਆਨ ਹੋ ਗਿਆ, ਉਹ ਲੀਨ ਹੋਇਆ ਪਿਆ, ਉਹ ਉੱਠਦਾ ਹੀ ਨਹੀਂ, ਬੋਲਦਾ ਹੀ ਨਹੀਂ, ਉਹ ਗਾਈ ਜਾ ਰਿਹਾ ਹੈ। ਤਾਂ ਇਹ ਜਿਹੜੇ ਜੁੜੇ ਹੋਏ ਬੰਦੇ ਨੇ, ਹੁਣ ਹੁੰਦਾ ਕੀ ਹੈ ਕਿ ਜਿਹੜਾ ਤੇ ਆਪਣੇ ਕੱਪੜੇ ਬਿਲਕੁਲ, ਉਹਨੂੰ ਧਿਆਨ ਨਹੀਂ ਆਪਣੇ ਕੱਪੜਿਆਂ ਵੱਲ, ਉਹਦੇ ਫਟੇ ਨੇ, ਮੈਲੇ ਨੇ, ਪੁਰਾਣੇ ਨੇ, ਕੁਛ ਹੈ, ਉਹਨਾਂ ਨੂੰ ਕੋਈ ਧਿਆਨ ਨਹੀਂ। ਉਹਦੀ ਨਕਲ ਕਰਕੇ ਜਿਹੜਾ ਬੰਦਾ ਆਪਣੇ ਕੱਪੜੇ ਮੈਲੇ ਕਰੇ, ਉਹਦੇ ਜਿਹੜਾ ਜੁੜਿਆ ਹੋਇਆ ਬੰਦਾ ਹੈ, ਉਹਦੇ ਸਰੀਰ ਤੇ ਮਿੱਟੀ ਪਈ ਜਾ ਰਹੀ ਹੈ, ਕਿਤੇ ਸਵਾਹ ਵੀ ਉੜ ਕੇ ਪੈ ਗਈ। ਤੇ ਉਸ ਤਰ੍ਹਾਂ ਜਦੋਂ ਪਿੰਡ ਚੋਂ ਲੰਘਿਆ ਤੇ ਉਹ ਦੂਸਰੇ ਨੇ ਕੀ ਦੇਖਿਆ ਕਿ ਇਹਦੇ ਸਿਰ ਤੇ, ਸਰੀਰ ਤੇ ਸਵਾਹ ਲੱਗੀ ਹੋਈ ਹੈ, ਤੇ ਉਹਨੇ ਕਿਹਾ ਸ਼ਾਇਦ ਇਹੀ ਰਸਤਾ ਹੈ। ਨਕਲ ਜਿਹੜੀ ਹੈ, ਉਹਨੇ ਕੀ ਕੀਤਾ ਕਿ ਆਪਣੇ ਸਰੀਰ ਤੇ ਸਵਾਹ ਲਾਣੀ ਸ਼ੁਰੂ ਕਰ ਦਿੱਤੀ। ਕੋਈ ਨੱਚ ਰਿਹਾ ਵੀ ਇਹ ਰੱਬ ਦੀ ਜੁੜਿਆ ਹੋਇਆ ਬੰਦਾ, ਉਹਦੀ ਨਕਲ ਕਰਨ ਵਾਲਾ ਨੱਚਣ ਲੱਗ ਜਾਂਦਾ। ਕੋਈ ਗਾ ਰਿਹਾ, ਉਹਨੂੰ ਗਾਉਣ ਦਾ ਰਸਤਾ ਪਤਾ ਹੈ, ਉਹ ਗਾ ਰਿਹਾ ਰੱਬ ਦੇ ਨਾਲ ਜੁੜ ਕੇ, ਤੇ ਉਹਨੂੰ ਜਿਹੜਾ ਦੂਸਰਾ ਦੇਖਦਾ ਹੈ, ਉਹ ਕਹਿੰਦਾ ਸ਼ਾਇਦ ਇਹ ਰਸਤਾ ਹੈ, ਸ਼ਾਇਦ ਇਹ ਜ਼ਰੂਰੀ ਕੰਮ ਹੈ, ਉਹ ਕਹਿੰਦਾ ਮੈਂ ਵੀ ਗਾਣ ਲੱਗ ਜਾਣਾ। ਤਾਂ ਇਹ ਦੂਸਰਾ ਜੋ ਅਸੀਂ ਦੇਖਦੇ ਹਾਂ ਕਿ ਇਹ ਦੇਖਾ ਦੇਖੀ ਸਭ ਕਰੇ, ਇਹ ਜਿਹੜਾ ਵਿਧਾਨ ਹੈ, ਇਹ ਹੋਰ ਪਾਸੇ ਹੈ, ਇਹ ਅਵਰਾ ਸਾਧ ਹੈ। ਪਰ ਇਹ ਗੱਲ ਤੁਰੀ ਕਿੱਥੋਂ? ਇਹ ਜਿਹੜੇ 12 ਤਰ੍ਹਾਂ ਦੇ ਫਿਰਕੇ ਬਣੇ, ਇਹਨਾਂ ਚੋਂ ਆਈ ਪੰਥੀ ਫਿਰਕਾ ਬਣਿਆ, ਔਰ ਉਹਦੇ ਵਿੱਚ ਕੀ ਹੁੰਦਾ ਹੈ, ਤੇ ਉਸ ਦੀ ਸਾਰੀ ਵਿਚਾਰ ਇਹ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇਸ ਪੌੜੀ ਵਿੱਚ, ਉਹ ਕੀ ਕਰਦੇ ਆ, ਕੰਨਾਂ 'ਚ ਮੁੰਦਰਾ। ਹੁਣ ਜਿਸ ਬੰਦੇ ਨੇ
ਆਪਣੇ ਆਪ ਤੇ ਸੰयम ਕਰਨ ਵਾਸਤੇ ਉਹਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਰੋਕਣਾ ਹੈ। ਇਸ ਸਰੀਰ ਨੂੰ, ਜਿਵੇਂ ਉਹ ਬੈਲ ਨੂੰ ਨੱਥ ਪਾਈਦੀ ਹੈ ਨਾ ਨੱਕ 'ਚ, ਉਹਨੇ ਆਪਣੇ ਆਪ ਨੂੰ ਨੱਥ ਪਾਉਣ ਦੇ ਹਿਸਾਬ ਨਾਲ ਹੋ ਸਕਦਾ ਹੈ ਜਾਪਦਾ ਹੈ ਕਿ ਇਉਂ ਕੀਤਾ ਹੋਏ। ਉਹਨੇ ਤਾਂ ਜਿਸ ਸੋਚ ਨਾਲ ਕੀਤਾ। ਹੁਣ ਆਹੀ ਗੱਲ ਅਸੀਂ ਪਹਿਲੇ ਵੀ ਵਿਚਾਰੀ ਹੈ ਕਿ ਅਸੀਂ ਕੀ ਕਰਦੇ ਹਾਂ, ਇਸ ਦੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਅਸੀਂ ਕਿਸ ਭਾਵਨਾ ਦੇ ਨਾਲ ਕਰਦੇ। ਉਹਨੇ ਕਿਸ ਭਾਵਨਾ ਦੇ ਨਾਲ ਆਪਣੇ ਸਰੀਰ ਨੂੰ ਕਾਬੂ ਕਰਨ ਦਾ ਯਤਨ ਕੀਤਾ। ਉਹਨੇ ਆਪਣੇ ਕੰਨ ਨੂੰ ਰੋਕਿਆ, ਕੁੰਡਾ ਲਾ ਲਿਆ ਆਪਣੇ ਆਪ ਤੇ, ਮੁੰਦਰਾਂ ਪਾ ਲਿਆ। ਪਰ ਉਸਦੀ ਦੇਖਾ ਦੇਖੀ ਆਈ ਪੰਥੀ ਜਮਾਤ ਨੇ ਇਹ ਕਿਹਾ ਵੀ ਕੰਨਾਂ 'ਚ ਮੁੰਦਰਾਂ ਪਾਣੀਆਂ ਜ਼ਰੂਰੀ ਨੇ। ਉਹਨੇ ਇਸ ਦਾ ਆਪਣੀ ਵੇਸ਼ ਭੂਸ਼ਾ ਵਿੱਚ, ਆਪਣੇ ਭੇਖ ਵਿੱਚ, ਆਪਣੇ ਪਹਿਰਾਵੇ ਵਿੱਚ ਸ਼ਾਮਲ ਕਰ ਲਿਆ ਕਿ ਮੁੰਦਰਾਂ ਪਾਣੀਆਂ ਨੇ। ਜਦੋਂ ਗੁਰੂ ਸਾਹਿਬ ਇਹੋ ਜਿਹੇ ਭੇਖੀਆਂ ਨੂੰ, ਇਹੋ ਜਿਹੇ ਕਾਸਟਿਊਮ ਵਾਲਿਆਂ ਨੂੰ, ਇਹੋ ਜਿਹੇ ਡਰੈਸ ਡਿਜ਼ਾਈਨਰਸ ਨੂੰ ਦੇਖਦੇ ਨੇ ਤੇ ਉਸ ਦਾ ਨੋਟਿਸ ਲੈਂਦੇ ਨੇ। ਉਹ ਕਹਿੰਦੇ ਨੇ, ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਇੱਥੇ ਕਹਿ ਰਹੇ, ਮੁੰਦਾ ਸੰਤੋਖ, ਜਿਹੜਾ ਆ ਕਾਬੂ ਹੈ ਨਾ, ਕਾਬੂ ਕਰਨਾ ਹੈ, ਤੂੰ ਮਨ ਨੂੰ ਸੰਤੋਖ 'ਚ ਲੈ ਕੇ ਆ। ਇਹ ਸੰਤੋਖ ਕੀ ਹੁੰਦਾ ਹੈ? ਵਾਟ ਇਜ਼ ਸੰਤੋਖ? ਇੱਕ ਬੰਦੇ ਕੋਲ ਕੇਵਲ ਇੱਕੋ ਕਾਰ ਹੈ ਔਰ ਉਹਦੇ ਗੁਆਂਢੀ ਕੋਲ 2 ਕਾਰਾਂ ਨੇ। ਜਦ ਤੱਕ ਉਹਦੇ ਕੋਲ ਦੂਜੀ ਕਾਰ ਨਹੀਂ ਆ ਜਾਂਦੀ ਨਾ, ਉਹਦਾ ਮਨ ਟਿਕਦਾ ਨਹੀਂ ਪਿਆ ਕਿ ਮੈਂ ਦੂਜੀ ਕਾਰ ਲੈਣੀ ਹੈ, ਮੇਰੇ ਗੁਆਂਢੀ ਕੋਲ ਹੈ। ਇੱਕ ਬੰਦੇ ਕੋਲ ਇੱਕੋ ਕਾਰ ਹੈ, ਉਹ ਕਹਿੰਦਾ ਵੀ ਇਹਦਾ ਉੱਪਰ ਇੱਕ ਸੈਕੰਡ ਫਲੋਰ ਬਣਾਉਣਾ ਮੈਂ। ਜਦ ਉਹ ਫਿਰ ਦਿਨ ਰਾਤ ਉਹਦੇ ਚੱਕਰ 'ਚ ਹੈ, ਉਹ ਉਸ ਗਰਾਊਂਡ ਫਲੋਰ ਦੇ ਨਾਲ ਉਹਦਾ ਮਨ ਸੰਤੋਖ ਵਿੱਚ ਨਹੀਂ ਹੈ। ਇੱਕ ਬੰਦਾ ਇੱਕ ਝੁੱਗੀ 'ਚ ਰਹਿ ਰਿਹਾ, ਉਹ ਕਹਿ ਰਿਹਾ ਕਿ ਮੇਰੇ ਨਾ ਜਿਹੜੇ ਦੋਨੇ ਪਰ ਜੇ ਨੇ ਝੁੱਗੀ ਦੇ, ਇਹ ਥੋੜੇ ਹੋਰ ਲੰਮੇ ਹੋ ਜਾਣ। ਜਦ ਤੱਕ ਉਹ ਲੰਮਾ ਨਹੀਂ ਕਰ ਲੈਂਦਾ, ਉਹ ਸੰਤੋਖ 'ਚ ਨਹੀਂ ਹੈ। ਪਰ ਇੱਕ ਉਹ ਬੰਦਾ ਜਿਹਦੇ ਕੋਲ ਝੁੱਗੀ ਵੀ ਨਹੀਂ ਹੈ, ਉਹ ਇੱਕ ਦਰਖਤ ਥੱਲੇ ਬੈਠਾ ਹੈ ਤੇ ਉਹ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਤੇਰੀਆਂ ਤਾਂ ਰਹਿਮਤਾਂ ਕਿੰਨੀਆਂ ਕਮਾਲ ਦੀਆਂ, ਕੱਲਾ ਕੱਲਾ ਪੱਤਾ ਮੇਰੇ ਤੇ ਛੱਤ ਕਰੀ ਬੈਠਾ। ਤੇ ਉਹ ਸੰਤੋਖ 'ਚ ਹੈ। ਮਨ ਨੂੰ ਸੰਤੋਖ ਵਿੱਚ ਰੱਖਣਾ, ਇਹ ਕਹਿਣਾ ਕਿ ਸੱਚੇ ਪਾਤਸ਼ਾਹ ਜਿਉਂ ਰੱਖਿਆ ਤਿਉਂ ਰਹੀਏ, ਜਿਵੇਂ ਤੂੰ ਰੱਖਿਆ ਮੈਨੂੰ, ਮੈਂ ਉਹਦੇ ਵਿੱਚ ਇਹ ਸੰਤੋਖ ਦਾ ਇੰਨਾ ਪਰਮਗਤ ਹੋ ਜਾਂਦੀ ਹੈ ਕਿ ਕੇਤਿਆ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਸੱਚੇ ਪਾਤਸ਼ਾਹ ਜਿਹੜੀਆਂ ਤੂੰ ਮੈਨੂੰ ਦੁੱਖ ਦਿੱਤੇ ਨੇ, ਇਹ ਵੀ ਮੈਂ ਤੇਰੀਆਂ ਦਾਤਾਂ ਸਮਝਦਾ, ਇਹ ਤੂੰ ਦਿੱਤੇ ਨੇ ਮੈਨੂੰ। ਤੇ ਜਿਹੜੀਆਂ ਸਾਨੂੰ ਸੁੱਖ ਦੀਆਂ ਦਾਤਾਂ ਮਿਲੀਆਂ, ਅਸੀਂ ਉਹਦੇ ਤੋਂ ਵੀ ਸਾਨੂੰ ਲੱਗਦਾ ਕਿ ਇਹ ਥੋੜਾ ਹੈ। ਤਾਂ ਇਹ ਸੰਤੋਖ ਦਾ ਜਿਹੜੀ ਬਖਸ਼ਿਸ਼ ਹੈ, ਉਸੇ ਸਮੇਂ, ਉਸੇ ਸਥਾਨ ਤੇ, ਉਸੇ ਵਾਤਾਵਰਣ ਵਿੱਚ, ਉਨਾ ਹੀ ਸੁਵਿਧਾਵਾਂ ਵਿੱਚ ਇੱਕ ਸੰਤੋਖ ਦਾ ਆਨੰਦ ਲੈ ਸਕਦਾ ਹੈ ਤੇ ਇੱਕ ਅਸੰਤੋਖੀ ਹੋ ਕੇ ਬਹਿਬਲ ਰਹਿ ਸਕਦਾ ਹੈ। ਸਮਾਂ ਉਹਦਾ ਵੀ ਉਹੀ ਹੈ, ਉਹਦਾ ਵੀ ਉਹੀ ਹੈ। ਪਰ ਉਸ ਦਰਖਤ ਥੱਲੇ ਰਹਿਣ ਵਾਲਾ, ਝੁੱਗੀ ਵਿੱਚ ਰਹਿਣ ਵਾਲਾ, ਇੱਕ ਘਰ ਵਾਲਾ, ਜਦੋਂ ਇੱਕ ਪਲਾਟ ਵਾਲਾ ਇਹ ਸੋਚੀ ਜਾਏ ਕਿ ਨਾਲ ਦਾ ਦਰਖਤ ਵੀ ਮੈਨੂੰ ਮਿਲ ਜਾਏ, ਮੇਰੀ ਝੁੱਗੀਆਂ ਵੱਡੀਆਂ ਹੋ ਜਾਣ, ਮੇਰੇ ਕਮਰੇ ਜ਼ਿਆਦਾ ਹੋ ਜਾਣ, ਮੇਰੇ ਕੋਲ 2 ਪਲਾਟ ਹੋਰ ਲੈ ਲਾਂ, ਇਹ ਤੌਰ ਜਿਹੜੀ ਹੈ ਬੰਦੇ ਨੂੰ ਇਸੇ
असंतोखीपन ने मनुखता ਨੂੰ ਦੌੜ ਚ ਰੱਖਿਆ ਹੋਇਆ, ਨਹੀਂ ਤਾਂ ਟਿਕ ਕੇ ਸਾਰੇ ਆਨੰਦ ਲੈਣ। ਇਹ ਦੌੜ ਦਾ ਮੁੱਖ ਕਾਰਨ ਹੈ ਗੁਰੂ ਸਾਹਿਬ ਮੁੰਦਾ ਸੰਤੋਖ, ਜਿਹੜੀ ਤੂੰ ਮੁੰਦਰਾਂ ਪਾਈਆਂ ਨਾ, ਜੇ ਤੇਰੇ ਮਨ ਚ ਸੰਤੋਖ ਹੋਏ ਤੇ ਤੂੰ ਇਹੀ ਸਮਝ ਕਿ ਤੂੰ ਮੁੰਦਰਾਂ ਪਾਈਆਂ। ਤਾਂ ਗੁਰੂ ਸਾਹਿਬ ਇੱਕ ਨਵਾਂ ਜੋਗੀ ਦਾ, ਇੱਕ ਨਵਾਂ ਸੰਯਮ ਦੀ ਡਰੈਸ ਕੋਡ ਦੱਸ ਰਹੇ। ਜ਼ਰੂਰੀ ਨਹੀਂ ਕਿ ਮੁੰਦਰਾਂ ਹੀ ਪਾਈਆਂ ਜਾਣ, ਜੇ ਤੇਰੇ ਮਨ ਵਿੱਚ ਸੰਤੋਖ ਹੈ ਤਾਂ ਜਿਹੜਾ ਮੁੰਦਰਾਂ ਦੇ ਨਾਲ ਅਸਰ ਆਣਾ ਸੀ ਸਰੀਰ ਤੇ, ਵੀ ਰੁਕ ਜਾ, ਠਹਿਰ ਖੜ ਜਾ। ਜਿਸ ਬੰਦੇ ਨੇ ਜਿਸ ਚੰਗੀ ਭਾਵਨਾ ਨਾਲ ਸੋਚਿਆ ਉਹਦੇ ਉੱਥੋਂ ਇਹ ਗੱਲ ਤੁਰੀ, ਪਰ ਜਿਹੜਾ ਨੇ ਉਸਦਾ ਭੇਖ ਕੀਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਗੱਲ ਦਾ ਕਟਾਹ ਕੀਤਾ। ਤਾਂ ਸੰਤੋਖ ਦਾ, ਅੱਛਾ ਇਸ ਨੂੰ ਅੱਗੇ ਥੋੜਾ ਹੋਰ ਤੁਰਦੇ ਆ ਕਿ ਜਦੋਂ ਮੈਂ ਕਹਿੰਦਾ ਮੇਰੇ ਅਕਾਊਂਟ ਸਿਰਫ ਲੁਧਿਆਣੇ ਚ ਨੇ, ਤੇ ਮੇਰਾ ਆ ਅਖਬਾਰਾਂ ਚ ਪੜ੍ਹਦੇ ਆ ਸਵਿਟਜ਼ਰਲੈਂਡ ਚ ਅਕਾਊਂਟ ਹੁੰਦੇ ਨੇ ਲੋਕਾਂ ਤੇ, ਮੇਰਾ ਵੀ ਅਕਾਊਂਟ ਹੋਣਾ ਚਾਹੀਦਾ ਸਵਿਟਜ਼ਰਲੈਂਡ ਚ। ਫਿਰ ਕਿਸੇ ਨੇ ਐਡ ਕੱਢਤੀ ਅਖਬਾਰ ਚ, ਇਹਦਾ ਇਸ਼ਤਿਹਾਰ ਨਿਕਲਿਆ ਕਿ ਚੰਨ ਤੇ ਨਾ ਪਲਾਟ ਕੱਟੇ, ਜਿੰਨੇ ਲੈਣੇ ਲੈ ਲਓ। ਲੋਕ ਜੀ ਸੋਚਣ ਲੱਗੇ ਵੀ ਹੈ ਏਦਾਂ ਵੀ ਹੋ ਸਕਦਾ ਚੰਨ ਤੇ ਪਲਾਟ ਲੈ, ਤੇ ਉਹ ਚੰਨ ਤੇ ਪਲਾਟ ਵਿਕਣੇ ਸ਼ੁਰੂ ਹੋ ਗਏ ਤੇ ਲੋਕਾਂ ਨੇ ਬੁਕਿੰਗ ਕਰਨੀ ਸ਼ੁਰੂ ਕਰਤੀ। ਹੁਣ ਕੀ ਹੋਇਆ ਕਿ ਜਿਵੇਂ ਅਸੀਂ ਘਰੋਂ ਦਫ਼ਤਰ ਜਾਂਦੇ ਆ, ਬੱਚੇ ਸਕੂਲ ਨੂੰ ਜਾਂਦੇ ਨੇ ਤੇ ਬੱਸ ਚੱਲਦੀ ਹੈ, ਲੈ ਆਉਂਦੇ ਆ, ਉੱਤੇ ਤਾਂ ਬੱਸ ਕੋਈ ਜਾਣੀ ਨਹੀਂ, ਉੱਥੇ ਕੀ ਚੱਲੂਗਾ, ਉੱਥੇ ਰਾਕਟ ਚੱਲਣਗੇ। ਚਲੋ ਭਾਈ ਰਾਕਟ ਜਾ ਰਹੇ ਨੇ, ਰਾਕਟ ਆ ਰਹੇ ਨੇ, ਇਹ ਸਵਾਰੀਆਂ ਵਾਲੇ ਨੇ, ਤੇ ਉੱਥੇ ਸਮਾਨ ਚਾਹੀਦਾ, ਉੱਥੇ ਤਾਂ ਮਤਲਬ ਇੱਟਾਂ ਹੀ ਨਹੀਂ ਹੈਗੀਆਂ, ਉੱਥੇ ਬਜਰੀ ਸੀਮਤ, ਚਲੋ ਭਾਈ ਦੂਜਾ ਮਾਲ ਗੱਡੀਆਂ ਜਿਵੇਂ ਚੱਲਦੀਆਂ ਨੇ ਉਵੇਂ ਸਮਾਨ ਦੇ ਰਾਕਟ ਚੱਲ ਰਹੇ ਨੇ ਤੇ ਬੰਦਿਆਂ ਦੇ ਰਾਕਟ ਚੱਲ ਰਹੇ ਨੇ। ਸਾਹ ਕਿਵੇਂ ਲੈਣਾ, ਤੇ ਉੱਥੇ ਸਿਲੰਡਰ ਆਕਸੀਜਨ ਦਾ ਨਾਲ ਲਾ ਲਿਆ, ਆਕਸੀਜਨ ਸਾਡੇ ਕੋਲ ਹੀ ਹੈ, ਉੱਥੇ ਜਾ ਕੇ ਆਕਸੀਜਨ ਪਲਾਂਟ ਲਾ ਲੈਣੇ ਨੇ ਤੇ ਬੰਦੇ ਰਹਿ ਰਹੇ ਨੇ। ਸਕੂਲ ਨਹੀਂ ਹੈਗੇ, ਚਲੋ ਸਕੂਲ ਬਣਾ ਦਿੰਦੇ ਆ, ਹਸਪਤਾਲ ਨਹੀਂ ਹੈਗੇ ਤੇ ਹਸਪਤਾਲ ਬਣਾ ਦਿੰਦੇ, ਤੇ ਉੱਥੇ ਲੋਕ ਜਾ ਕੇ ਚੰਨ ਤੇ ਰਹਿਣ ਲੱਗ ਜਾਣ। ਸਾਰਾ ਉਸ ਤਰ੍ਹਾਂ ਹੀ ਤੁਰ ਪਏ ਕੰਮ ਜਿਵੇਂ ਇੱਥੇ ਚੱਲਦਾ। ਫਿਰ ਕੀ ਹੋਏਗਾ, ਉਹ ਫਿਰ ਉਹੀ ਚੰਨ ਚਾੜਾਂਗੇ ਜਿਹੜੇ ਇੱਥੇ ਚੜ੍ਹਦੇ। ਤਾਂ ਇਹ ਜਿਹੜਾ ਅਸੰਤੋਖ ਹੈ ਇਹ ਕਿਤੇ ਵੀ ਟਿਕਣ ਨਹੀਂ ਦੇਗਾ, ਪਰ ਜੇਕਰ ਸੰਤੋਖ ਹੈ ਤਾਂ ਦਰਖਤ ਥੱਲੇ ਬੈਠਾ ਮਨੁੱਖ ਵੀ ਸੰਤੋਖ ਦਾ ਆਨੰਦ ਮਾਣ ਸਕਦਾ। ਤਾਂ ਮੁੰਦਰਾਂ ਦਾ ਕੰਟਾਖ ਗੁਰੂ ਸਾਹਿਬ ਦਾ, ਗੁਰੂ ਨਾਨਕ ਪਾਤਸ਼ਾਹ ਆਈ ਪੰਥੀ ਬਣਨ ਵਾਸਤੇ ਜਿਹੜਾ ਮੁੰਦਾ ਪਾਣ ਦਾ ਭੇਖ ਕਰਦੇ ਨੇ ਤੇ ਲੋਕਾਂ ਨੂੰ ਦੱਸਦੇ ਨੇ, ਫਿਰ ਹਾਂ ਜੁਗਤ ਲੜਾਨੀ ਹੋਗੀ, ਮੈਂ ਤੁਹਾਡਾ, ਕਿਉਂਕਿ ਮੈਂ ਤਾਂ ਆਈ ਪੰਥੀ ਹਾਂ, ਤਾਂ ਉਹ ਦੱਸਦੇ ਗੁਰੂ ਸਾਹਿਬ, ਫਿਰ ਉਹਨਾਂ ਨੂੰ ਰਾਹ ਦੱਸ ਰਹੇ ਹੈ। ਮੁੰਦਾ ਸੰਤੋਖ, ਜੇਕਰ ਤੇਰੇ ਮਨ ਵਿੱਚ ਸੰਤੋਖ ਆ ਜਾਏ, ਇਹੀ ਜਾਣ ਕਿ ਤੂੰ ਮੁੰਦਰਾਂ ਪਾਈਆਂ ਹੋਈਆਂ। ਮੁੰਦਾ ਸੰਤੋਖ। ਫਿਰ ਕੀ ਕਰਦੇ ਨੇ ਉਹ ਹੱਥ 'ਚ ਨਾ ਉਹ ਖੱਪਰ ਫੜ ਲੈਂਦੇ ਨੇ, ਉਹ ਇਸ ਤਰ੍ਹਾਂ ਦਾ ਗੜਵੀ ਜੀ ਜਿਹੜੀ ਉੱਤੇ ਡੰਡਾ ਲੱਗਿਆ ਫੜਨ ਵਾਲਾ ਗੋਲ ਜਿਹਾ, ਤੇ ਗੋਲ ਹੀ ਥੱਲੋਂ ਉਹਦਾ ਹੁੰਦਾ, ਤੇ ਇਹ ਹੱਥ 'ਚ ਫੜਿਆ, ਤੇ ਫਿਰ ਉਦਮ ਕਰਦੇ ਨੇ ਚੁੱਕਣ ਦਾ। ਇੱਕ ਝੋਲੀ ਚੱਕਦੇ ਨੇ, ਇੱਕ ਝੋਲਾ ਵੱਡਾ ਸਾਰਾ, ਉਹ ਇਸ ਤਰ੍ਹਾਂ ਚੱਕਦੇ ਨੇ। ਗੁਰੂ ਸਾਹਿਬ ਕਹਿੰਦੇ ਕਿ ਆ ਜਿਹੜਾ ਤੂੰ ਆ ਚੱਕਣ ਦਾ ਕੀਤਾ ਹੋਇਆ ਨਾ, ਫਿਰ ਆ ਵੀ ਲਟਕਾਇਆ ਮੋਢੇ ਤੇ, ਇਹਦੇ ਨਾਲੋਂ ਤੂੰ ਮਿਹਨਤ ਕਰ, ਮਨ ਦੀ ਤਨ ਦੀ, ਸੰਯਮ ਕਰ, ਸ਼ਰਮ, ਮਿਹਨਤ, ਇਹ ਸ਼ਰਮ ਤੇਰਾ ਪੱਤ, ਇਹ ਖੱਪਰ ਤੇਰਾ ਹੋ ਜਾਏਗਾ, ਔਰ ਸ਼ਰਮ ਹੀ ਤੇਰੀ ਝੋਲੀ ਹੋ ਜਾਏਗੀ। ਮਿਹਨਤ ਕਰ, ਇਹਨੂੰ ਚੁੱਕਣ ਦਾ ਜਿਹੜਾ ਮਿਹਨਤ ਕਰਦਾ ਪਿਆ, ਇਹਦੇ ਨਾਲੋਂ ਆਪਣੇ ਸਰੀਰ ਨੂੰ ਹੱਥੋਂ ਦੇ ਕੇ ਭਲਾ ਬਣਾਵੇ। ਗੁਰੂ ਸ਼ਬਦ ਦੇ ਨਿਰਦੇਸ਼ ਅਨੁਸਾਰ ਆਪਣੇ ਮਨ ਨੂੰ ਹੋੜ ਲੈ, ਮਨ ਤੇ ਮਿਹਨਤ ਕਰ,
ਤਨ ਨਾਲ ਸੇਵਾ ਦੀ ਮਿਹਨਤ ਕਰ, ਚੰਗੇ ਪਾਸੇ ਲੈ ਜਾਣ ਦੀ ਮਿਹਨਤ ਕਰ। ਤਾਂ ਮਨ ਤੇ ਤਨ ਤੇ ਮਿਹਨਤ ਕਰ। ਉਹ ਮਿਹਨਤ ਤੇਰੀ ਇਹ ਸਮਝ ਕਿ ਤੇਰੀ ਜੋ ਆ ਮਿਹਨਤ ਕਰਦਾ ਪਿਆ ਨਾ ਖੱਪਰ ਚੱਕਣ ਦੀ ਤੇ ਝੋਲੀਆਂ ਚੱਕਣ ਦੀ, ਇਹ ਸਮਝ ਤੇਰੇ ਖੱਪਰ ਤੇ ਝੋਲੀ ਤੂੰ ਚੱਕੀ ਹੋਈ ਹੈ, ਪਰ ਮਿਹਨਤ ਉਸ ਪਾਸੇ ਦੀ ਕਰ। ਸ਼ਰਮ ਪਤ ਝੋਲੀ, ਤੇਰਾ ਉਹ ਸ਼ਰਮ ਕਰਨਾ ਜਿਹਨੂੰ ਹਿੰਦੀ ਚ ਬੋਲਦੇ ਸ਼ਰਮ ਕਰਨਾ, ਕੰਮ ਕਰਨਾ, ਪੰਜਾਬੀ ਚ ਬੋਲਦੇ ਕੰਮ ਕਰਨਾ। ਉਹੋ ਜਿਹਾ ਤੂੰ ਕੰਮ ਕਰ, ਉਹੋ ਜਿਹਾ ਕਾਰਜ ਕਰ, ਉਹੋ ਜਿਹਾ ਉਦਮ ਕਰ। ਉਹ ਜੇ ਚੰਗਾ ਉਦਮ ਕਰਦਾ ਹੈ ਤੇ ਸਮਝ ਤੇਰੇ ਇਹ ਸਮਝ ਕੇ ਕਿ ਤੇਰੇ ਝੋਲੀ ਵੀ ਚੱਕੀ ਹੋਈ ਹੈ ਤੇ ਖੱਪਰ ਵੀ ਚੱਕਿਆ ਹੋਇਆ, ਪੱਤ ਵੀ ਚੱਕਿਆ ਹੋਇਆ। ਫਿਰ ਤੂੰ ਜਿਹੜੀ ਨਾ ਇਹ ਉਹ ਕੀ ਕਰਦੇ ਹੈ, ਜਿਹੜਾ ਗੋਹਾ ਹੁੰਦਾ ਗਾਵਾਂ ਮੱਝਾਂ ਦਾ, ਉਹ ਗੋਹੇ ਨੂੰ ਸਾੜਦੇ ਨੇ, ਪਹਿਲੇ ਅੱਗ 'ਚ ਸੁਕਾ ਕੇ ਪਹਿਲੇ ਗੋਹੇ ਨੂੰ, ਫਿਰ ਉਹਨੂੰ ਸਾੜਦੇ ਨੇ। ਸਾੜ ਕੇ ਸਵਾਹ ਬਣ ਜਾਂਦੀ ਜਦੋਂ ਨਾ, ਉਹ ਸਵਾਹ ਨੂੰ ਆਪਣੇ ਸਾਰੇ ਸਰੀਰ ਤੇ ਲਾਉਂਦੇ। ਇਹ ਉਹੀ ਗੱਲ ਕਿ ਉਹ ਕਿੰਨਾ ਹਾਲਾਤਾਂ 'ਚ ਉਹ ਕਿੱਥੇ ਜੁੜੇ ਬੰਦੇ ਨੂੰ, ਤੇ ਸਵਾਹ ਆ ਗਈ ਤੇ ਕੋਈ ਸਵਾਹ ਰਹੀ, ਕੋਈ ਹੱਲ ਨਹੀਂ, ਉਹਨੂੰ ਕੋਈ ਫਿਕਰ ਨਹੀਂ, ਸਵਾਹ ਲੱਗੀ ਹੋਈ ਹੈ। ਪਰ ਇਹ ਬਣਾ ਕੇ ਸਵਾਹ ਆਪਣੇ ਸਰੀਰ ਤੇ ਮਲਦੇ, ਉਹਦੇ ਵਰਗਾ ਲੱਗਣਾ। ਤਾਂ ਇਹ ਗੁਰੂ ਸਾਹਿਬ ਇਸ ਸਵਾਹ ਦਾ ਕਟਾਹ ਕੀ ਹੈ ਕਿ ਧਿਆਨ ਕੀ ਕਰ ਹੈ ਵਿਭੂਤ। ਵਿਭੂਤ ਉਹ ਸਵਾਹ, ਗੋਹੇ ਦੇ ਸੁਕਾ ਕੇ ਜਾਲ ਕੇ ਸਵਾਹ। ਗੁਰੂ ਸਾਹਿਬ ਕਹਿੰਦੇ ਧਿਆਨ, ਤੇਰਾ ਧਿਆਨ ਜਿਹੜਾ ਹੈ ਰੱਬ ਦੀ ਹੋਂਦ ਵਿੱਚ, ਨਾਮ ਧਿਆਨ, ਰੱਬ ਦੀ ਹੋਂਦ ਵਿੱਚ ਤੇਰੀ ਸੁਰਤ ਜੁੜ ਜਾਏ ਤਾਂ ਇਹ ਸਮਝ, ਜਿਸ ਦਿਨ ਜੁੜ ਗਈ ਤਾਂ ਇਹ ਸਮਝੀ ਤੂੰ ਸਰੀਰ ਤੇ ਸਵਾਹ ਹੀ ਮੱਲੀ ਹੋਈ। ਸਵਾਹ ਮੱਲਣ ਦਾ ਫਾਇਦਾ ਨਹੀਂ ਹੈ। ਜਿਹੜਾ ਧਿਆਨ 'ਚ ਜੁੜਿਆ ਹੋਇਆ ਸੀ, ਖਬਰੇ ਉਹਦੇ ਸਰੀਰ ਨੂੰ ਸਵਾਹ ਕਿਤੇ ਆ ਕੇ ਲੱਗੀ ਹੋਈ। ਤੂੰ ਸਵਾਹ ਮਲ ਕੇ ਉਸਦੇ ਧਿਆਨ ਨੂੰ ਨਹੀਂ ਪਹੁੰਚ ਸਕਦਾ। ਪਰ ਜੇ ਤੂੰ ਰੱਬ ਦੀ ਹੋਂਦ ਵਿੱਚ ਆਪਣਾ ਧਿਆਨ ਲਾ ਲਿਆ, ਧਿਆਨ ਕੀ ਕਰਹਿ ਵਿਭੂਤ। ਔਰ ਇਸ ਤੁਕ ਦੇ ਜਿਹੜਾ ਕਰਹਿ ਹੈ, ਇਹ ਬਹੁਤ ਭਾਰੀ ਇੱਕ ਸਾਨੂੰ ਸੰਦੇਸ਼ ਵੀ ਦੇ ਰਿਹਾ ਹੈ, ਸੰਕੇਤ ਬਹੁਤ ਭਾਰੀ ਹੈ ਕਿ ਕਰਹਿ ਨੂੰ ਕਰਹਿ ਬੋਲਣਾ ਕਿੱਡੀ ਵੱਡੀ ਇਹ ਗਲਤੀ ਹੈ, ਅਵਗਿਆ ਹੈ। ਜਿਸ ਦਾ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਹਾਹੇ ਨੂੰ ਸਿਹਾਰੀ ਹੋਈ ਕਿਰਿਆ ਨੂੰ, ਤੇ ਇਹਨੂੰ ਬਿੰਦੀ ਲਾ ਕੇ ਕਰਹਿ ਬੋਲਣਾ। ਇੱਥੇ ਕੀ ਬਣ ਜਾਏਗਾ ਅਨਰਥ। ਧਿਆਨ ਕੀ ਕਰਹਿ ਵਿਭੂਤ, ਕਿ ਇਹ ਜੋਗੀ ਜਿਹੜੇ ਨੇ ਇਹ ਧਿਆਨ ਦੀ ਵਿਭੂਤੀ ਆਪਣੇ ਸਰੀਰ ਤੇ ਲਾਉਂਦੇ ਨੇ, ਇਹ ਬਣ ਜਾਏਗਾ। ਜਦ ਕਿ ਗੁਰਬਾਣੀ ਵਿਆਕਰਣ ਅਨੁਸਾਰ ਗੁਰਬਾਣੀ ਉਚਾਰਨ, ਨਾ ਕਿ ਪੰਜਾਬੀ ਵਿਆਕਰਣ ਅਨੁਸਾਰ ਗੁਰਬਾਣੀ ਉਚਾਰਨ, ਨਾ ਕਿ ਹਿੰਦੀ ਵਿਆਕਰਣ ਅਨੁਸਾਰ ਗੁਰਬਾਣੀ ਉਚਾਰਨ, ਅਤੇ ਨਾ ਹੀ ਫਾਰਸੀ ਅਨੁਸਾਰ, ਫਾਰਸੀ ਵਿਆਕਰਣ ਅਨੁਸਾਰ ਗੁਰਬਾਣੀ ਉਚਾਰਨ। ਕਰਹਿ, ਜਦੋਂ ਵੀ ਹਾਹੇ ਦੀ ਸਿਹਾਰੀ ਆਉਂਦੀ ਹੈ, ਅਸੀਂ ਦੇਖਣਾ ਹੀ ਹੁੰਦਾ ਕਿ ਪੁਰਖ ਕਿਹੜਾ ਹੈ। ਬੋਲਣਾ ਕਰਹਿ ਹੀ ਹੈ, ਪਰ ਸਮਝਣ ਵਾਸਤੇ ਦੇਖਣਾ ਪੁਰਖ ਕਿਹੜਾ ਹੈ, ਉਹਦੇ ਹਿਸਾਬ ਨਾਲ ਸਾਡੀ ਵਿਆਖਿਆ ਹੋਏਗੀ। ਧਿਆਨ ਕੀ ਕਰਹਿ ਵਿਭੂਤ, ਜਿੱਥੇ ਕਰਹਿ ਆ ਗਿਆ ਉਸੇ ਵੇਲੇ ਦੇਖਿਆ ਪਹਿਲਾ ਪੁਰਖ ਹੈ ਕਿ ਦੂਜਾ ਪੁਰਖ ਹੈ ਕਿ ਤੀਜਾ ਪੁਰਖ ਹੈ। ਜੇ ਕਰਹਿ ਹੋਏਗਾ ਤੇ ਫਿਰ ਉਹ ਕਰਦੇ ਨੇ, ਪਰ ਜੇ ਦੂਜਾ ਪੁਰਖ ਹੋਏਗਾ ਤੇ ਤੂੰ ਕਰ। ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਤੂੰ ਧਿਆਨ ਦੀ ਲਗਾ ਨਹੀਂ ਰਿਹਾ, ਲਾਈ ਤੇ ਨਹੀਂ ਰਿਹਾ। ਪ੍ਰਚਲਿਤ ਉਚਾਰਨ ਵਿੱਚ ਕੀ ਹੋ ਜਾਏਗਾ, ਧਿਆਨ ਕੀ ਕਰਹਿ ਵਿਭੂਤ, ਵੀ ਧਿਆਨ ਦੀ ਵਿਭੂਤੀ ਲਾਂਦੇ ਨੇ, ਇਹ ਤਾਂ ਅਨਰਥ ਹੋ ਗਿਆ। ਧਿਆਨ ਕੀ ਕਰਹਿ ਵਿਭੂਤ, ਕਰਹਿ ਦੂਜੇ ਪੁਰਖ ਲਈ ਹੈ। ਦੂਜੇ ਪੁਰਖ ਲਈ ਹਾਹੇ ਦੀ ਸਿਹਾਰੀ ਦਾ ਜੋ ਕਿਰਿਆ ਹੈ ਹਮੇਸ਼ਾ ਇੱਕ ਵਚਨ ਹੁੰਦੀ ਹੈ।
ਦੂਜੇ ਪੁਰਖ ਵਿੱਚ ਹਾਹੇ ਦੀ ਸਿਹਾਰੀ ਦੀ ਕੋਈ ਵੀ ਕਿਰਿਆ ਹਮੇਸ਼ਾ ਇੱਕ ਵਚਨ ਲਈ ਹੁੰਦੀ ਹੈ, ਤੂੰ ਲਈ ਹੁੰਦੀ ਹੈ। ਉਹ ਤੂੰ ਰੱਬ ਵੀ ਹੋ ਸਕਦਾ ਹੈ, ਉਹ ਤੂੰ ਗੁਰੂ ਵੀ ਹੋ ਸਕਦਾ ਹੈ, ਉਹ ਤੂੰ ਮਨ ਵੀ ਹੋ ਸਕਦਾ ਹੈ, ਉਹ ਤੂੰ ਕੋਈ ਭਗਤ ਵੀ ਹੋ ਸਕਦਾ ਹੈ, ਸਾਧ ਵੀ ਹੋ ਸਕਦਾ ਹੈ। ਤੇ ਇੱਥੇ ਉਹ ਜੋਗੀ ਹੈ। ਧਿਆਨ ਕੀ ਕਰ ਹੈ ਬੇਪੂਤ, ਤੂੰ ਕਰਿਆ ਕਰ। ਧਿਆਨ ਲਾ, ਉਹ ਤੂੰ ਜੇ ਤੂੰ ਧਿਆਨ ਲਾਏਗਾ ਤੇ ਸਮਝ ਤੇਰੇ ਤੇ ਸਵਾਹ ਹੀ ਮੱਲੀ ਹੋਈ ਹੈ। ਸਵਾਹ ਨਾ ਮਲਦਾ ਫਿਰ। ਧਿਆਨ ਕੀ ਕਰ ਹੈ ਬੇਪੂਤ। ਇਥੋਂ ਕਿਸ ਤਰ੍ਹਾਂ ਪਤਾ ਲੱਗ ਰਿਹਾ ਕਿ ਫਰਸਟ ਸੈਕੰਡ ਪਰਸਨ ਹੈ ਕਿ ਥਰਡ ਪਰਸਨ ਹੈ? ਯਾ ਧਿਆਨ ਕੀ ਕਰ ਹੈ, ਕਿਉਂਕਿ ਇੱਥੇ ਪਹਿਲੀ ਵਾਰੀ ਇੱਕ ਕਿਰਿਆ ਆ ਗਈ, ਕਰਹੇ। ਹੁਣ ਕਰਹੇ ਕਿਰਿਆ ਤਿੰਨੇ ਪੁਰਖਾਂ ਚ ਹੁੰਦੀ ਹੈ। ਧਿਆਨ ਕੀ ਕਰਹੇ ਵਿਭੂਤ, ਜੇ ਤਾਂ ਹੋਏਗਾ ਇਹਨੂੰ ਅਸੀਂ, ਪਹਿਲਾ ਪੁਰਖ ਹੋਏਗਾ ਤਾਂ ਹੋਏਗਾ ਅਸੀਂ ਧਿਆਨ ਕੀ ਕਰਹੇ ਵਿਭੂਤ। ਜੇ ਹੋਏਗਾ ਤੂੰ, ਫਿਰ ਹੋਏਗਾ ਤੂੰ ਧਿਆਨ ਕੀ ਕਰਹੇ ਵਿਭੂਤ। ਜੇ ਹੋਏਗਾ ਉਹ ਹੋਏਗਾ ਉਹ ਧਿਆਨ ਕੀ ਕਰਦੇ ਨੇ ਵਿਭੂਤ। ਹੁਣ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਰ, ਧਿਆਨ ਕੀ ਕਰ ਹੈ। ਜੇ ਤਾਂ ਉਹ ਪਹਿਲਾਂ ਤੋਂ ਹੀ ਕਰ ਰਹੇ ਨੇ ਫਿਰ ਹੋਏਗਾ ਤੀਜਾ ਪੁਰਖ। ਪਰ ਜੇ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਕਰ, ਕਿ ਜੇ ਗੁਰੂ ਸਾਹਿਬ ਕਹਿ ਰਹੇ ਨੇ ਤਾਂ ਫਿਰ ਉਹ ਦੂਜੇ ਪੁਰਖ ਨੂੰ ਇੱਕ ਵਚਨ ਚ ਕਹਿੰਦੇ ਨੇ ਹਮੇਸ਼ਾ। ਇਹ ਗੁਰਬਾਣੀ ਵਿਆਕਰਣ ਦਾ ਵਿਧਾਨ ਹੈ। ਔਰ ਇੱਥੇ ਦੇਖੋ, ਜੇਕਰ ਕਿਉਂਕਿ ਧਿਆਨ ਹੀ ਤਾਂ ਨਹੀਂ ਲਾ ਰਹੇ ਹੋ, ਸੰਤੋਖ ਹੀ ਤਾਂ ਨਹੀਂ ਰੱਖ ਰਿਹਾ ਤੂੰ, ਹੁਣ ਤੂੰ ਤੇ ਆ ਗਈ ਸਾਰੀ ਗੱਲ। ਕਿਉਂਕਿ ਕਰਹੇ ਨੇ ਕਹਤਾ ਸਾਰਾ ਤੂੰ ਕਿਉਂ ਹੋਇਆ? ਕਿਉਂਕਿ ਹਾਹੇ ਦੀ ਸਿਹਾਰੀ ਦੂਜੇ ਪੁਰਖ ਵਿੱਚ ਹਮੇਸ਼ਾ ਇੱਕ ਵਚਨ ਲਈ ਹੁੰਦੀ ਹੈ। ਇਹਦਾ ਮਤਲਬ ਤੁਸੀਂ ਸਾਰੇ ਨਹੀਂ ਹੁੰਦੀ, ਤੂੰ ਹੁੰਦੀ। ਸੰਤੋਖ ਹੀ ਤਾਂ ਨਹੀਂ ਰੱਖ ਰਿਹਾ ਤੂੰ, ਮੁੰਦਰਾ ਪਾ ਰਿਹਾ, ਸਰਵ ਨਹੀਂ ਕਰ ਰਿਹਾ ਤੇ ਉਹਨੂੰ ਚੁੱਕਣ ਦਾ ਮਿਹਨਤ ਕਰ ਰਿਹਾ ਫਾਤੇ ਝੋਲੀ, ਪਰ ਮਨ ਦਾ ਸ਼ਰਮ ਨਹੀਂ ਕਰ ਰਿਹਾ ਤੂੰ। ਧਿਆਨ ਦਾ ਤੂੰ ਧਿਆਨ ਨਹੀਂ ਧਰ ਰਿਹਾ, ਧਿਆਨ ਨਹੀਂ ਕਰ ਰਿਹਾ, ਸਵਾ ਮਲ ਰਿਹਾ ਤੂੰ ਧਿਆਨ ਕੀ ਕਰ ਹੈ ਵਿਭੂਤ। ਤੂੰ ਇਸ ਕਰਕੇ ਆ ਗਿਆ ਕਿਉਂਕਿ ਕਰਹੇ, ਜੇਕਰ ਨੂੰ ਅਸੀਂ ਤੀਜੇ ਪੁਰਖ ਚ ਲੈ ਜਾਵਾਂਗੇ ਇਸ ਦਾ ਮਤਲਬ ਹੋਏਗਾ ਕਿ ਧਿਆਨ ਦੀ ਵਿਭੂਤੀ ਕਰ ਰਹੇ ਨੇ, ਕਰ ਨਹੀਂ ਰਹੇ। ਆਈ ਤਾਂ ਦੱਸ ਰਹੇ ਨੇ ਗੁਰੂ ਸਾਹਿਬ, ਤੂੰ ਇਹਦੀ ਆ ਕਰਦਾ ਇਹਦੀ ਜਗ੍ਹਾ ਤੇ ਆ ਕਰ। ਤੇ ਇੱਥੇ ਗੁਰੂ ਸਾਹਿਬ ਨੇ ਕਰਹੇ ਕਿਹਾ ਕਿ ਧਿਆਨ ਕੀ ਕਰਹੇ ਵਿਭੂਤ, ਤੂੰ ਧਿਆਨ ਲਾ, ਉਹਦੀ ਧਿਆਨ ਦੀ ਵਿਭੂਤੀ ਲਾ। ਧਿਆਨ ਕੀ ਹੈ? ਕਿ ਨਾਮ ਧਿਆਏ, ਕਿ ਉਸ ਦੀ ਹੋਂਦ ਦੇ ਅਹਿਸਾਸ ਨੂੰ ਮਨ ਚ ਲੈ ਕੇ ਜਾ, ਆਪਣੀ ਸੁਰਤ ਉਸ ਦੀ ਹੋਂਦ ਵਿੱਚ ਇਕਾਗਰ ਕਰ। ਇਹ ਹੁਣ ਕਰ ਹੋ ਗਿਆ, ਇਕਾਗਰ ਕਰ, ਕਿਉਂਕਿ ਨਹੀਂ ਕਰ ਰਿਹਾ। ਤੇ ਜੇ ਅਸੀਂ ਕਰਹੇ ਕਰ ਦਈਏ ਔਰ ਜੇ ਅਸੀਂ ਇਹਨੂੰ ਤੀਸਰਾ ਪੁਰਖ ਸਮਝੀਏ ਤਾਂ ਫਿਰ ਧਿਆਨ ਕੀ ਕਰਹੇ ਵਿਭੂਤ, ਵੀ ਧਿਆਨ ਦੀ ਵਿਭੂਤੀ ਕਰਦੇ ਨੇ ਉਹ, ਇਹ ਬਣੇਗਾ ਉੱਤਰ। ਤੇ ਬਿਲਕੁਲ ਅਰਥ ਦਾ ਇਹ ਅਨਰਥ ਹੋ ਜਾਏਗਾ। ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਇਸ ਨੂੰ ਇਸ ਤਰ੍ਹਾਂ ਕਿਹਾ ਜਾਂਦਾ ਵੀ ਜਿੱਥੇ ਹਾਹੇ ਦੀ ਸਿਹਾਰੀ ਹੈ ਨਾ ਔਰ ਕਿਰਿਆ ਹੈਗੀ ਹੈ, ਮਤਲਬ ਆਵਹੀਂ ਜਾਵਹੀਂ ਕਰਹੀਂ ਪਾਵਹੀਂ ਜਾਵੇਂ ਸਿਮਰਹੀਂ, ਉਹ ਇਹਨੂੰ ਇਸ ਤਰ੍ਹਾਂ ਬਿੰਦੀ ਲਾਉਂਦੇ, ਹਾਹੇ ਨੂੰ ਲਾਂ ਬਣਾ ਕੇ ਬਿੰਦੀ ਬਣਾਉਂਦੇ। ਔਰ ਇਹ ਗੱਲ ਨਾਲ ਜਦੋਂ ਇਹ ਕਿਹਾ ਜਾਂਦਾ ਹੈ ਤੇ ਨਾਲ ਹੀ ਇਹ ਬਹੁਵਚਨ ਹੀ ਹੋ ਜਾਂਦਾ, ਜਦ ਕਿ ਹਾਹੇ ਦੀ ਸਿਹਾਰੀ ਦੂਜੇ ਪੁਰਖ ਵਿੱਚ ਕਦੀ ਵੀ ਬਹੁਵਚਨ ਨਹੀਂ ਹੁੰਦਾ ਹੈ, ਪਹਿਲੀ ਗੱਲ। ਹੁਣ ਜੇ ਇੱਥੇ ਜਿਹੜਾ ਇਸ ਨੂੰ ਮੰਨ ਕੇ ਇਸ ਤਰ੍ਹਾਂ ਇਹਨੂੰ ਪੜ੍ਹੇਗਾ ਧਿਆਨ ਕੀ ਕਰਹੇ ਵਿਭੂਤ, ਉਹਦਾ ਕੀ ਉੱਤਰ ਕੱਢੇਗਾ? ਉਸਦਾ ਉੱਤਰ ਤਾਂ ਇਹੀ ਨਿਕਲੇਗਾ ਕਿ ਇਹ ਧਿਆਨ ਦੀ ਵਿਭੂਤੀ ਕਰਦੇ ਨੇ, ਇਹ ਤਾਂ ਅਨਰਥ ਹੋ ਗਿਆ। ਗੁਰੂ ਸਾਹਿਬ ਕਹਿੰਦੇ ਤੂੰ ਧਿਆਨ ਦੀ ਵਿਭੂਤੀ ਲਾ ਨਹੀਂ ਰਹੇ ਹੋ। ਜੋ ਪਹਿਲੇ ਧਿਆਨ ਦੀ ਵਿਭੂਤੀ ਲਾ ਰਹੇ ਹੋਣ ਫਿਰ ਤਾਂ ਕੰਮ ਹੀ ਖਤਮ ਹੋ ਗਿਆ, ਫਿਰ ਤੁਹਾਨੂੰ ਕਹਿਣ ਦੀ ਕੁਝ ਲੋੜ ਹੀ ਨਹੀਂ ਸੀ। ਮੁੰਦਾ ਸੰਤੋਖ
ਤੂੰ ਹੁਣ ਇਸ ਕਰਹੇ ਨੇ ਸਾਰੀ ਤੁਕ ਦਾ ਤੂੰ ਕਰਤਾ। ਤੂੰ ਸੰਤੋਖ ਦੀਆਂ ਮੁੰਦਰਾਂ ਪਾ, ਸ਼ਰਮ ਪਤ ਝੋਲੀ। ਤੂੰ ਸ਼ਰਮ ਦਾ ਪਤ ਤੇ ਸ਼ਰਮ ਦੀ ਝੋਲੀ ਨੂੰ ਚੁੱਕ, ਤੇ ਤੂੰ ਧਿਆਨ ਦੀ ਵਿਭੂਤ ਆਪਣੇ ਸਰੀਰ ਤੇ ਮਾਰ। ਕਿਉਂਕਿ ਨਾ ਉਹ ਸੰਤੋਖ ਦੀਆਂ ਮੁੰਦਰਾਂ ਪਾ ਰਿਹਾ, ਨਾ ਉਹ ਸ਼ਰਮ ਦਾ ਪਤ ਤੇ ਸ਼ਰਮ ਦੀ ਝੋਲੀ ਚੁੱਕ ਰਿਹਾ, ਤੇ ਨਾ ਹੀ ਧਿਆਨ ਦੀ ਵਿਭੂਤੀ ਲਾ ਰਿਹਾ। ਇਸ ਕਰਕੇ ਗੁਰੂ ਸਾਹਿਬ ਇਹ ਤਿੰਨੇ ਕੰਮ ਕਰਨ ਨੂੰ ਉਸ ਨੂੰ ਕਹਿ ਰਹੇ ਕਿ ਤੂੰ ਸੰਤੋਖ ਦੀ ਮੁੰਦਰਾ ਪਾ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ। ਹੁਣ ਕੀ ਹੁੰਦਾ ਕਿ ਜਦੋਂ ਨਾ ਅਸੀਂ ਕੋਈ ਚੀਜ਼ ਯਾਦ ਕਰਨੀ ਹੁੰਦੀ ਹੈ, ਕਈ ਵਾਰੀ ਰੁਮਾਲ ਨੂੰ ਹੀ ਗੰਢ ਮਾਰ ਲੈਂਦੇ ਆ ਕਿ ਇਹ ਇੱਕ ਕਦ ਲਈ ਹੈਗਾ। ਤੇ ਇਸ ਤਰ੍ਹਾਂ ਇੱਕ ਨਾ ਗੋਦੜੀ ਕੋਈ ਸਰੀਰ ਤੇ ਕੋਈ ਇੱਕ ਇਹੋ ਜਿਹਾ ਛੋਟਾ ਯਾਦ ਰੱਖਣ ਵਾਸਤੇ, ਤਾਂ ਕਿ ਸਰੀਰ ਦੇ ਨਾਲ ਲੱਗ ਜਾਏ, ਵੱਜਦੀ ਜਾਏ ਤੇ ਯਾਦ ਆਉਂਦਾ ਰਹੇ। ਗੁਰੂ ਸਾਹਿਬ ਕਹਿੰਦੇ ਵੀ ਆਹ ਜਿਹੜੀ ਤੂੰ ਡਰੈਸ ਪਾਈ ਹੈ ਨਾ, ਇਹਦੇ ਤੇ ਤੂੰ ਬੰਦ ਹੈ ਆਪਣੇ ਤੇ ਗੋਦੜੀ ਖਿੰਥਾ। ਤੇ ਉਹ ਕਹਿੰਦੇ ਕਿ ਮੌਤ ਨੂੰ ਯਾਦ ਰੱਖ। ਯਾਦ ਰੱਖਣ ਵਾਲੀ ਚੀਜ਼ ਇੱਕ ਹੈ। ਜੇ ਮੌਤ ਯਾਦ ਹੈ ਕਿ ਇੱਕ ਦਿਨ ਐਸਾ ਆਵਸੀ, ਇਹ ਉਹ ਦਿਨ ਆਉਣਾ ਹੈ ਜਦੋਂ ਇਹ ਮੇਰਾ ਆਖਰੀ ਸਵਾਸ ਹੋਏਗਾ, तो वो तेरी खिंथा ही है। तो ये तू समझ ले भी तो अपने रुमाल नूं गंढ मारी हुई है, समझ ले तो गोदड़ी अपने शरीर नाल बन्नी हुई है, समझ ले तेरी खिंथा है। खिंथा काल। फिर जेड़ा तू बोलदा है ना भी ये जुगत लाना नहीं होएगी, जोगी जी दसो क्यों? जोगी जी नूं इस करके पुछदे ने, जोगी ने मुंदरां पाईयां होईयां, जोगी ने पत्त फड़िया हत्थ च, ते जोगी ने झोली चुकी हुई है, ते जोगी ने स्वाह मली हुई है सारे शरीर ते। ते उसनूं देख के उसदा भेख धार लिया जिन्हों फिक्र नहीं है अपने ते कपड़ियां दा, ते ओदे शरीर ते मिट्टी पई है या स्वाह पई है। हुण ਉਹਨੂੰ फिर लोग पुछते ने ते फिर जुगत दसदा, क्योंकि बाहरी भेख भी है ते अंदरों भी भेख है, ते ਉਹ फिर भांत भांत दे ਉਹ भेख बनाउंदा ਉਹਦੇ जुगतां दे। गुरु साहब कहंदे ने जुगत एक है, कुआरी काया जुगत। कि साडी काया नूं खराब कित्थों होंदी? काया साडी काया खराब होंदी है काम, क्रोध, लोभ, मोह, हंकार दे नाल। तू हंकार नूं वस विच कर, क्रोध नूं वस विच कर। जदों तू वस विच करदा है ते तू अपनी काया नूं विकारां नाल खराब होण तो बचा लै। तो एक काया तेरी कुआरी है। कुआरी काया दा होना यह है तेरी जुगत, होर कोई जुगत करने की लोड़ नहीं। तो यह तत्त किड्डा वड्डा। तो असल जुगत, असल तरीका कुआरी काया है। कुआरी काया जुगत हर तरह के विकार जिहड़े शरीर नूं खराब कर सकते हैं, उदों उन्हों तो अपने शरीर नूं बचाना। तो ये अपने शरीर नूं कुआरी काया, काया मतलब शरीर, ये है तेरी जुगत। क्योंकि जुगत का इस्तेमाल जोगी बहुत करते हैं। कुआरी काया जुगत ते जिहड़ा आम तौर पर किसी नूं कंट्रोल करन च, डिसिपलिन लियाण च, जिवें पुलिस वाले डंडा इस्तेमाल करते, वो कहंदे ने तो डंडा हाथ च फड़िया ना, अपने आप नूं तू डिसिपलिन च कर लै, अपने आप नूं संयम च कर लै। तो यही तेरा डंडा है। डंडा समझ लिया भी तो डंडा ही फड़िया हुआ। तो गुरु साहब एक नवा ड्रेस कोड जिहड़ा अंदरूनी साडी जिहड़ियां वैल्यूज ने, वो साडी ड्रेस है, ना कि बाहरी तौर ते दसण वालियां
मुंदरा, ये झोलियां, ये खप्पर ते ये डंडे ते ये खिंथे, ये इन्हां दी बजाए और सुआ, ये सारी ड्रेस इंटरनल है, अंदरूनी है, अंतरीवी है। तो ये गुरु साहब सानू मुंदा संतोख, सरम पत झोली, ध्यान की कर है विभूत, खिंथा काल, कुआरी काया जुगत, डंडा प्रतीत। और इसका पाठ भी इस तरह, जो इस तरह पाठ यह किया जाए कि खिंथा काल, कुआरी काया जुगत, डंडा प्रतीत, तो इसका मतलब ना खिंथा ते ना जुगत ते ना प्रतीत दी सोझी है। खिंथा काल, कुआरी काया जुगत, डंडा प्रतीत। फिर तू हुण गुरु साहब कहते आई पंथी, तो आई पंथी बनने वास्ते तू आप कर रहा ना सारा कुछ, मैं आई पंथी शामिल हो गया होना करके। आई पंथी किवें है, तो गुरु साहब आई पंथी की एक नवी परिभाषा, सगल जमाती, सारियां नूं, जिवें कहंदे सरबत दा भला, सारियां नूं आप इक्को जमात दा, जिवें इक्को जमात विच कौन पढ़दे ने, सारे हाणी, क्लास फैलो, मेरे जमाती है जी, ये मेरे नाल पढ़िया, उस उम्र भर लई उह सांझ रहिंदी है, मेरा जमाती है। सगल जमाती, सारियां नूं ही अपना जमाती समझ, जे तू समझ लेना फिर तू आई पंथी ही है, आ सारा कुछ करने की लोड़ नहीं है। आई पंथी, सगल जमाती, बस आ सारा कुछ, क्योंकि मन दी गल्लां ने, संतोख भी मनदा है, शर्म भी मनदा है, ध्यान भी मनदा है, खिंथा भी मनदी है, जुगत भी मनदी है, ते डंडा भी मनदा है। इस करके गुरु साहब कहते मन जीत है, जे तू मन नूं जित लाए, इसनूं गुरबाणी च बोलदे संभावी भविख काल, इस तरह की होने की संभावना जे तू जित लाए, उसका अक्सर जे दे नाल ही उसकी व्याख्या शुरू होती है। मन जीत है, जे मन नूं जित जाए तां तू जग जीत, जग नूं जित जाएगा। तो जग नूं जितण दा ये गुरु साहब किन्ना अंतरीवी सानू विधान जुगत दस रहे। आई पंथी, सगल जमाती, मन जीत है, जग जीत। तो इस करके गुरु साहब कहते आदेश, असी प्रणाम करिए उसे नूं, आदेश तिस है आदेश, आद अनील, शुरू तो बेदाग, शुरू तो पवित्र पावन पाक, आद अनील, ਉਹ ਤਾਂ ਸ਼ੁਰੂ ਤੋਂ ਇਸ ਤਰ੍ਹਾਂ ਹੈ, ਪਰ ਅਸੀਂ ਉਸ ਦਾ ਮੁੱਢ ਵੀ ਨਹੀਂ, ਸਾਨੂੰ ਉਹਦਾ ਮੁੱਢ ਦਾ ਨਹੀਂ ਪਤਾ ਕਿ ਉਹਦਾ ਮੁੱਢ ਜਦੋਂ ਤੋਂ ਸ਼ੁਰੂ ਤੋਂ ਅਨਾਦ ਹੈ, ਉਸ ਦਾ ਮੁੱਢ ਸਾਨੂੰ ਨਹੀਂ ਪਤਾ, ਅਨਾਦ, ਤੇ ਨਾ ਹੀ ਅਸੀਂ ਉਹਨੂੰ ਉਹਦੇ ਤੇ ਉਹਨੂੰ ਕੁਝ ਕਰ ਸਕਦੇ ਹਾਂ, ਉਹਨੂੰ ਕੁਝ ਹਾਨੀ ਕਰ ਸਕਦੇ ਹਾਂ, ਉਹਨੂੰ ਕੁਝ ਚੋਟ ਕਰ ਸਕਦੇ ਹਾਂ, ਉਹਨੂੰ ਖਤਮ ਕਰ ਸਕਦੇ ਹਾਂ। ਅਨਾਹਤ, ਆਦ ਅਨੀਲ, ਅਨਾਦ, ਅਨਾਹਤ, ਉਹ ਜਿਹੜਾ ਜਿਸ ਤਰ੍ਹਾਂ ਇਹ ਤੂੰ ਵੇਸ਼ ਬਣਾਈ ਨਾ, ਆਪਣਾ ਸਾਰਾ ਵੇਸ਼ਭੂਸ਼ਾ ਬਣਾਈ ਹੈ ਆਪਣੀ, ਆਹ ਕੀਤਾ ਉਹ ਕੀਤਾ, ਅਕਾਲ ਪੁਰਖ ਜੁਗ ਜੁਗ ਏਕੋ ਵੇਸ, ਉਸ ਨੂੰ ਅਸੀਂ ਪ੍ਰਣਾਮ ਕਰੀਏ। ਆਦੇਸ਼ ਤਿਸੈ ਆਦੇਸ਼, ਇਹ ਜੋਗੀਆਂ ਨੂੰ ਜਿਹੜੇ ਕਿ ਬਾਹਰੀ ਵੇਸ ਤੇ ਸਾਰਾ ਜ਼ੋਰ ਦਿੱਤਾ ਹੋਇਆ, ਬਾਹਰੋਂ ਮੁੰਦਰਾਂ ਪਾਈਆਂ, ਬਾਹਰੋਂ ਪੱਤ ਫੜਿਆ, ਬਾਹਰੋਂ ਝੋਲੀ ਚੱਕੀ ਹੈ, ਬਾਹਰ ਸਵਾਹ ਲਈ ਹੈ, ਬਾਹਰ ਖਿੰਤਾ ਬੰਨੀ ਹੈ, ਔਰ ਬਾਹਰ ਡੰਡਾ ਚੁੱਕਿਆ ਹੋਇਆ, ਲੋਕਾਂ ਨੂੰ ਜੁਗਤਾਂ ਦੱਸ ਰਹੇ। तो आई पंथी शामिल होना है।
तो गुरु साहब इस गल दा ਇਹ ਜੋਗੀਆਂ ਨੂੰ ਤਾਂ ਦੱਸ ਰਹੇ ਨੇ, ਪਰ ਇਹ ਹਰ ਕਿਸੇ ਲਈ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਤੇ ਸਾਡਾ ਸਾਰਿਆਂ ਦਾ ਇਹ ਕਹਿਣਾ ਬਣਦਾ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Can you try to explain what vase means in English? Like what the translation word would be? The appearance. Okay. Okay. The Jug Jug Eko Okay. Vase would be the appearance of God. What is the appearance? Jeta kita teta na. Whatever you look around is His presence. Okay. The jug jug matlab like When the thought process changes, evolves so significantly that it has totally changed from the earlier, it is termed that the Jug has changed. In all those Jug, in all those eras, yeah, Jug could be an era okay. in a very, very larger extent as the era is used as of now. Okay, thank you. in depth ਜਿਹੜਾ ਤੁਹਾਡਾ ਉਹ ਹੈ ਨਾ ਵਿਆਕਰਣ ਵਾਲਾ we need more I think Yeah. ਉਹ ਹੋਰ ਕਰੀ ਜਾਵਾਂਗੇ ਸੁਣੀ ਜਾਵਾਂਗੇ ਤੇ I think we'll understand. ਹਾਂ ਜਿਹੜੇ ਰੂਲਸ ਬੇਟਾ ਵਿਆਕਰਣ ਦੇ ਆ ਰਹੇ ਨਾਲ ਮਤਲਬ ਦੇ ਅਪਲਾਈ, ਵੀ ਡੋਨਟ ਹੈਵ ਟੂ ਕ੍ਰੈਮ ਤੁਕ ਵਾਈਜ਼, ਵੀ ਇਹ ਪੌੜੀ ਦਾ ਕੋਈ ਵੱਖਰਾ ਨਹੀਂ ਹੈ। ਵਟਐਵਰ ਇਜ਼ ਫॉर ਐਗਜ਼ਾਮਪਲ ਜੇ ਆਪਾਂ ਅੱਜ ਕਰਹੇ ਦੀ ਥੋੜੀ ਗੱਲ ਕੀਤੀ ਹੈ, ਤਾਂ ਇਹ ਹਾਹੇ ਦੀ ਸਿਹਾਰੀ ਦੇ ਕੋਈ ਵੀ ਵਰਬ, ਇਹ ਆਵਹੇ ਜਾਵਹੇ ਕਰਹੇ ਪਾਵਹੇ ਨਾਵਹੇ ਦੇਵਹੇ ਲੇਵਹੇ ਖਾਵਹੇ ਸਿਮਰਹੇ, ਇਹ ਸਾਰਿਆਂ ਤੇ ਲੱਗੇ। Okay. ਇਹ ਸਾਰੇ ਵਰਬਸ ਸੈਕੰਡ ਪੁਰ in the second person ਵਿੱਚ ਇੱਕ ਵਚਨ ਲਈ ਹੋਣਗੇ, ਹਮੇਸ਼ਾ ਤੂੰ ਲਈ ਹੋਣਗੇ, ਕਦੇ ਵੀ ਤੁਸੀਂ ਸਾਰੇ ਲਈ ਨਹੀਂ ਹੋਏਗਾ। ਬਟ ਫਸਟ ਐਂਡ ਥਰਡ ਪਰਸਨ ਲਈ ਇਹ ਹਮੇਸ਼ਾ ਪਲੂਰਲ ਲਈ ਹੋਣਗੇ, ਕਦੇ ਵੀ ਮੇਰੇ ਲਈ ਹਉ ਆਵਹੇ ਨਹੀਂ ਹੋ ਸਕਦਾ ਗੁਰਬਾਣੀ ਚ। ਅਸੀਂ ਆਵਹੇ ਤੋਂ ਇਸ ਕਰਕੇ, ਪਰ ਜਦੋਂ ਸੈਕੰਡ ਪਰਸਨ ਹੈ ਕਦੀ ਵੀ ਨਹੀਂ ਹੋਏਗਾ ਕਿ ਤੁਸੀਂ ਸਾਰੇ ਖਾਵਹੇ, ਤੁਸੀਂ ਸਾਰੇ ਸਿਮਰਹੇ, ਹਮੇਸ਼ਾ ਤੂੰ ਸਿਮਰਹੇ। ਮਨ ਤੂੰ ਸਮਝ ਲੈ, ਮਨ ਤੂੰ ਸਮਝੇ, ਜੇ ਸਮਝੇ ਮਨ ਨੂੰ ਹੈ ਤਾਂ ਫਿਰ ਇੱਕ ਮਨ ਨੂੰ ਹੈ। Right. ਕਦੀ ਸਮਝੇ ਤੁਸੀਂ ਸਾਰਿਆਂ ਨੂੰ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਅਸੀਂ ਸੰਬੋਧਨ ਕਰ ਰਹੇ ਹਾਂ ਸੈਕੰਡ ਪਰਸਨ ਚ। ਸੋ ਇਹ ਫਿਕਸਡ ਹੈ। ਸੋ ਇੱਥੇ ਸਾਨੂੰ ਲੱਗਿਆ ਨਾ ਇਹ ਧਿਆਨ ਕੀ ਕਰਹੇ ਵਿਭੂਤ, ਵੀ ਜੇ ਤਾਂ ਥਰਡ ਪਰਸਨ ਹੈ ਤਾਂ ਫਿਰ ਇੱਕ ਤੇ ਹੋ ਨਹੀਂ ਸਕਦਾ, ਸਾਰਿਆਂ ਵਾਸਤੇ ਹੈ। ਫਿਰ ਤਾਂ ਇਹ ਹੋ ਗਿਆ ਵੀ ਧਿਆਨ ਕੀ ਵਿਭੂਤ ਕਰਦੇ ਨੇ, ਪਰ ਇਹ ਤਾਂ ਕੇਸ ਹੈ ਹੀ ਨਹੀਂ, ਉਹ ਤਾਂ ਕਰ ਹੀ ਨਹੀਂ ਰਹੇ ਧਿਆਨ ਦੀ ਵਿਭੂਤ, ਉਹ ਤਾਂ ਵਿਭੂਤ ਦੀ ਵਿਭੂਤ ਕਰ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਕਿ ਵਿਭੂਤ ਧਿਆਨ ਦੀ ਕਰ, ਤਾਂ ਇਸ ਕਰਕੇ ਥਰਡ ਤੋਂ ਆ ਗਿਆ ਸੈਕੰਡ, ਕਿਉਂਕਿ ਸੈਕੰਡ ਹੀ ਇੱਕ ਹੈਗਾ ਔਰ ਪਰਸਨ ਜਿਹਦੇ ਵਿੱਚ ਹਾਹੇ ਦੀ ਸਿਹਾਰੀ ਵਾਲੀ ਕਿਰਿਆ ਇੱਕ ਵਚਨ ਹੁੰਦੀ ਹੈ, ਤਾਂ ਇਟ ਵਿਲ ਕਮ ਟੂ ਤੂ। ਤਾਂ ਇੱਕ ਵਾਰੀ ਕਰਹੇ ਨੇ ਤੂੰ ਦੱਸਤਾ ਤੇ ਫਿਰ ਸਾਰਾ ਇਹ ਪੌੜੀ ਤੂੰ ਤੇ ਆ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।